ਪ੍ਰੋਗਰਾਮ 'ਚ ਸਾਰੇ ਸਰੋਤਿਆਂ ਦਾ ਸਵਾਗਤ ਹੈ। ਮੈਂ ਮੁਹੰਮਦ ਇਮਤਿਆਜ਼ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਅਤੇ ਅੱਜ ਸਾਡਾ ਗੱਲਬਾਤ ਦਾ ਵਿਸ਼ਾ ਹੈ ਇੰਜੀਨੀਅਰਿੰਗ ਕੋਰਸਿਸ ਦੇ ਵਿੱਚ ਬੱਚੇ ਕਿਸ ਤਰ੍ਹਾਂ ਐਡਮਿਸ਼ਨ ਲੈ ਸਕਦੇ ਨੇ ਅਤੇ ਇੰਜੀਨੀਅਰਿੰਗ ਕਰਨ ਤੋਂ ਬਾਅਦ ਕਿਹੜੇ ਰੁਜ਼ਗਾਰ ਦੇ ਮੌਕੇ ਉਹਨਾਂ ਦੇ ਲਈ ਉਪਲਬਧ ਨੇ। ਅਤੇ ਇਸ ਵਿਸ਼ੇ ਦੇ ਉੱਪਰ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਡਾਕਟਰ ਅੰਮ੍ਰਿਤ ਲਾਲ ਸੰਗਲ, ਜੋ ਕਿ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਦੇ ਪ੍ਰੋਫੈਸਰ ਨੇ, ਡਾਕਟਰ BR ਅੰਬੇਦਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ ਜਲੰਧਰ ਤੋਂ। ਡਾਕਟਰ ਸਾਹਿਬ, ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਸਟੂਡੀਓ ਦੇ ਵਿੱਚ। ਨਮਸਕਾਰ। ਅਤੇ ਪਹਿਲਾਂ ਮੈਂ ਤੁਹਾਡੇ ਤੋਂ ਇਹੀ ਜਾਣਨਾ ਚਾਹਾਂਗਾ ਕਿ ਇੰਜੀਨੀਅਰਿੰਗ ਦੇ ਵਿੱਚ ਜਿਹੜੇ ਬੱਚੇ ਦਾਖਲਾ ਲੈਣਾ ਚਾਹੁੰਦੇ ਨੇ ਉਹਦੇ ਲਈ ਉਹ ਕਿਹੜਾ ਕ੍ਰਾਈਟੇਰੀਆ ਹੈ ਕਿ ਇੰਜੀਨੀਅਰਿੰਗ ਦੇ ਵਿੱਚ ਐਡਮਿਸ਼ਨ ਲੈਣ ਤੋਂ ਪਹਿਲਾਂ ਕਿੰਨੀਆਂ ਕਲਾਸਾਂ ਉਹਨਾਂ ਨੇ ਕੀਤੀਆਂ ਹੋਣ ਅਤੇ ਕਿਸ ਤਰ੍ਹਾਂ ਦੇ ਜਿਹੜੇ ਵਿਸ਼ੇ ਉਹਨਾਂ ਨੇ ਪੜ੍ਹੇ ਹੋਣੇ ਚਾਹੀਦੇ ਨੇ। ਪਹਿਲਾਂ ਤਾਂ ਸਾਡੇ ਬੱਚੇ ਜਿਹੜੇ ਹੈਗੇ ਉਹ +2 ਕਰਦੇ ਨੇ ਜੀ। 10th ਦੇ ਵਿੱਚ ਉਹ ਆਪਣੀ ਸਟਰੀਮ ਚੂਜ਼ ਕਰਦੇ ਨੇ ਵੀ ਮੈਂ ਆਰਟਸ ਦਾ ਲੈਣਾ ਹੈ ਜਾਂ ਕਾਮਰਸ ਦਾ ਲੈਣਾ ਹੈ ਜਾਂ ਸਾਇੰਸ ਦਾ ਲੈਣਾ ਹੈ। ਜੀ। ਜਿਹੜੇ ਸਾਇੰਸ ਸਾਡੇ ਬੱਚੇ ਸਿਲੈਕਟ ਕਰ ਲੈਂਦੇ ਨੇ ਉਹਦੇ 'ਚ ਫਿਜ਼ਿਕਸ, ਕੈਮਿਸਟਰੀ, ਮੈਥਮੈਟਿਕਸ ਉਹ +1 +2 ਦੇ ਵਿੱਚ ਪੜ੍ਹਦੇ ਨੇ। ਉਹ ਤੋਂ ਬਾਅਦ ਜਿਹੜੇ ਮੈਡੀਕਲ ਸਾਈਡ ਜਾਣਾ ਚਾਹੁੰਦੇ ਨੇ ਉਹ ਉਹਦੇ ਵਿੱਚ ਮੈਡੀਕਲ ਸਟਰੀਮ 'ਚ ਉਹਨੂੰ ਸਬਜੈਕਟ ਜਿਹੜਾ ਬਾਇਓਲੋਜੀ, ਬੋਟਨੀ ਜੋ ਵੀ ਹੈ ਉਹਨਾਂ ਦੇ ਉਹ ਪੜ੍ਹੇ ਹੋਣੇ ਚਾਹੀਦੇ। ਉਹਦੇ 'ਚ ਮੈਥਮੈਟਿਕਸ ਨਹੀਂ ਹੁੰਦਾ ਜੀ। ਲੇਕਿਨ ਬਹੁਤ ਸਾਰੇ ਸਕੂਲਾਂ ਦੇ ਵਿੱਚ ਮੈਥਮੈਟਿਕਸ ਇੱਕ ਆਪਸ਼ਨਲ ਦੇ ਦਿੱਤਾ ਤਾਂ ਕਿ ਉਹ ਜਿਸ ਪਾਸੇ ਵੀ ਉਹਨਾਂ ਦਾ ਰੈਂਕ ਅੱਛਾ ਆਵੇ ਐਂਟਰੈਂਸ ਐਗਜ਼ਾਮੀਨੇਸ਼ਨ ਦੇ ਵਿੱਚ, ਤਾਂ ਕਿ ਉਹਨਾਂ ਦਾ ਸਾਲ ਵੇਸਟ ਨਾ ਹੋਵੇ ਅਤੇ ਉਹ ਮੈਥਮੈਟਿਕਸ ਵੀ ਐਡੀਸ਼ਨਲ ਕਰ ਲੈਂਦੇ ਹੈ। ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗਾ ਕਿ ਜਿਹੜੇ ਇੰਜੀਨੀਅਰਿੰਗ ਸਾਈਡ ਜਾਣਾ ਚਾਹੁੰਦੇ ਨੇ, ਪਹਿਲਾਂ ਤਾਂ 10ਵੀਂ ਤੋਂ ਬਾਅਦ ਹੀ ਜੇ ਕੋਈ ਆਪਣਾ ਡਿਪਲੋਮਾ ਵਗੈਰਾ ਕਰਨ ਚਾਹੁੰਦਾ ਹੈ ਉਹ ITI ਅਤੇ ਪੋਲੀਟੈਕਨਿਕ ਦੇ ਵਿੱਚ ਬਹੁਤ ਸਾਰੇ ਸਾਡੇ ਪੰਜਾਬ ਸਟੇਟ ਦੇ ਵਿੱਚ ਪੋਲੀਟੈਕਨਿਕ ਕਾਲਜਸ ਹੈਗੇ ਆ, ITI ਹੈਗੇ ਆ। ਉਹਨਾਂ ਦੇ ਵਿੱਚ ਵੈਲਡਿੰਗ ਦੇ, ਮਕੈਨੀਕਲ ਦੇ, ਰੇਡੀਓ ਮਕੈਨਿਕ ਦੇ, ਇਲੈਕਟ੍ਰੀਕਲ ਇੰਜੀਨੀਅਰਿੰਗ, ਸਿਵਲ ਇੰਜੀਨੀਅਰਿੰਗ, ਵੈਲਡਿੰਗ, ਇਹ ਸਾਰੇ ਵਿਸ਼ੇ ਮੌਜੂਦ ਨੇ ਅਤੇ ਉਹ ਵੀ ਪੈਰਲਲੀ ਐਡਮਿਸ਼ਨਾਂ ਜਿਹੜੀਆਂ ਹੈਗੀਆਂ ਉਹ ਚੱਲ ਰਹੀਆਂ ਨੇ। ਜੀ। ਅਤੇ ਇਹ ਸਟੇਟ ਟੈਕਨੀਕਲ ਐਜੂਕੇਸ਼ਨ ਬੋਰਡ ਦੇ ਵੈਬਸਾਈਟ 'ਤੇ ਜਾਂ ਪਰਟੀਕੂਲਰ ਕਾਲਜ ਦੇ ਵੈਬਸਾਈਟ 'ਤੇ ਜਿਹਦੇ 'ਚ ਵੀ ਜੋ ਬੱਚਾ ਇੰਟਰਸਟਡ ਹੋਵੇ ਉਹ ਉਹਦੇ 'ਤੇ ਉਹਦੀ ਇਨਫੋਰਮੇਸ਼ਨ ਡਿਟੇਲ 'ਚ ਲੈ ਸਕਦਾ। ਠੀਕ ਹੈ ਜੀ। ਮੈਂ ਹੁਣ ਗੱਲ ਕਰਾਂਗਾ ਜਿਹੜੇ ਇੰਜੀਨੀਅਰਿੰਗ ਦੇ ਵਿੱਚ ਦਾਖਲਾ ਲੈਣਾ ਚਾਹੁੰਦੇ, BTech ਜਿਹਨੇ ਬੈਚਲਰ ਆਫ ਟੈਕਨੋਲੋਜੀ ਇਨ ਡਿਫਰੈਂਟ ਡਿਸਿਪਲਿਨਸ ਦੇ ਵਿੱਚ ਕਰਨਾ ਚਾਹੁੰਦੇ ਨੇ। ਜੀ। ਜਿਵੇਂ ਸਿਵਲ ਹੋ ਗਿਆ, ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਹੋ ਗਿਆ, ਇਨਫੋਰਮੇਸ਼ਨ ਟੈਕਨੋਲੋਜੀ ਹੋ ਗਿਆ, ਇਲੈਕਟ੍ਰੋਨਿਕਸ ਕਮਿਊਨੀਕੇਸ਼ਨ ਇੰਜੀਨੀਅਰਿੰਗ ਹੋ ਗਿਆ, ਇੰਸਟਰੂਮੈਂਟੇਸ਼ਨ ਇੰਜੀਨੀਅਰਿੰਗ ਐਂਡ ਕੰਟਰੋਲ ਇੰਜੀਨੀਅਰਿੰਗ ਹੋ ਗਿਆ, ਇਲੈਕਟ੍ਰੀਕਲ ਇੰਜੀਨੀਅਰਿੰਗ ਹੋ ਗਿਆ, ਮਕੈਨੀਕਲ ਇੰਜੀਨੀਅਰਿੰਗ ਹੋ ਗਿਆ, ਟੈਕਸਟਾਈਲ ਟੈਕਨੋਲੋਜੀ ਹੋ ਗਿਆ, ਇੰਡਸਟਰੀਅਲ ਐਂਡ ਪ੍ਰੋਡਕਸ਼ਨ ਇੰਜੀਨੀਅਰਿੰਗ ਹੋ ਗਿਆ, ਫਿਰ ਹੋਰ ਵਿਸ਼ੇ ਨੇ ਕੈਮੀਕਲ ਇੰਜੀਨੀਅਰਿੰਗ ਹੋ ਗਿਆ, ਫਿਰ ਸਾਡਾ ਬਾਇਓਟੈਕਨੋਲੋਜੀ ਜਿਹੜੀ ਸਟਰੀਮ ਹੈਗੀ ਇਹ ਵੀ ਸਾਡੀਆਂ ਸਟਰੀਮ ਹੈਗੀ, ਕੈਮੀਕਲ ਇੰਜੀਨੀਅਰਿੰਗ ਹੋ ਗਿਆ। ਜੀ ਜੀ। ਇੱਦਾਂ ਦੇ ਬਹੁਤ ਸਾਰੇ ਵਿਸ਼ੇ ਜਿਹੜੇ ਹੈਗੇ ਆ ਉਹ ਇੱਕ ਭਾਰਤ ਸਰਕਾਰ ਇੱਕ ਨੈਸ਼ਨਲ ਲੈਵਲ 'ਤੇ ਜਿਹੜਾ ਇੱਕ ਟੈਸਟ ਕੰਡਕਟ ਕਰਦੀ ਹੈ, JEE ਉਹਦਾ ਨਾਂ ਹੈਗਾ, ਐਬਰੀਵੇਟਡ ਫਾਰਮ, ਜੁਆਇੰਟ ਐਂਟਰੈਂਸ ਐਗਜ਼ਾਮੀਨੇਸ਼ਨ। ਉਹਦੇ ਵਿੱਚ 15 ਤੋਂ 20 ਲੱਖ ਬੱਚੇ ਉਹਨੂੰ ਐਗਜ਼ਾਮ ਨੂੰ ਲਿਖਦੇ ਨੇ। ਜੀ। ਅਤੇ ਪਹਿਲਾਂ ਤਾਂ ਇਹ ਸਾਲ 'ਚ ਇੱਕੋ ਹੀ ਵਾਰੀ ਹੁੰਦਾ ਸੀ। ਇਹ ਪਿੱਛੇ ਕੋਵਿਡ ਕਰਕੇ ਅਤੇ ਬੱਚੇ ਦੇ ਲੋਡ, ਮੈਂਟਲ ਪ੍ਰੈਸ਼ਰ ਜ਼ਿਆਦਾ ਹੋ ਜਾਂਦਾ ਸੀ ਅਤੇ ਭਾਰਤ ਸਰਕਾਰ ਨੇ ਇਹਨੂੰ 2 ਵਾਰੀ ਲੈਣਾ ਸ਼ੁਰੂ ਕਰਤਾ ਵੀ ਜਦੋਂ ਚਲੋ ਇੱਕ ਅੱਛੇ ਬੱਚੇ ਦਾ ਨਹੀਂ ਆਇਆ, ਕੋਈ ਸਕੋਰ ਨਹੀਂ ਆਇਆ, ਉਹਨੂੰ ਦੂਜਾ ਚਾਂਸ ਵੀ ਉਹ ਦੇ ਦਿੰਦੇ ਆ। ਫਾਈਨਲੀ ਬੈਸਟ ਹੀ ਉਹਨਾਂ 'ਚੋਂ ਕੰਸੀਡਰ ਹੋਊਗਾ। ਜੀ ਜੀ। ਅਤੇ ਐਤਕੀ ਵੀ ਇਹ ਪ੍ਰੀਖਿਆ ਪਿੱਛੇ ਜੁਲਾਈ 'ਚ ਹੀ ਖਤਮ ਹੋਈ ਅਤੇ ਉਹਦੇ ਵਿੱਚ ਹੁਣ ਉਹਨਾਂ ਨੇ ਅਗਸਤ ਦੇ ਵਿੱਚ ਇੱਕ ਐਡਵਾਂਸ JEE ਜਿਹੜਾ ਹੈਗਾ ਉਹਦਾ ਟੈਸਟ ਜਿਨ੍ਹਾਂ ਦੇ ਇੱਕ ਸਰਟਨ ਪਰਸੈਂਟੇਜ ਤੋਂ ਉੱਪਰ ਆ ਜਾਂਦੇ ਨੇ, ਜਿਹਨਾਂ ਦੇ ਸਰਟਨ ਨੰਬਰ ਆ ਜਾਂਦੇ ਨੇ, ਉਹਨਾਂ ਨੂੰ ਉਹ IIT ਦੇ ਵਿੱਚ ਐਡਮਿਸ਼ਨ ਲੈਣ ਲਈ ਇੱਕ ਐਡਵਾਂਸ ਟੈਸਟ ਲੈਂਦੇ ਨੇ। ਜੀ। ਅਤੇ ਉਹਦੇ ਵਿੱਚ ਜਿਹੜਾ ਨੇ JEE ਦਿੱਤਾ ਹੈ ਉਹਦੇ ਵਿੱਚ ਇੱਕ ਸਰਟਨ ਪਰਸੈਂਟੇਜ ਲੈਣੀ ਜ਼ਰੂਰੀ ਹੈ। ਉਹ ਵੀ ਇਸ ਤਰ੍ਹਾਂ ਉਹਦਾ ਮਾਪਦੰਡ ਹੁੰਦਾ ਹੈ ਕਿ ਜੇ 100 ਸੀਟਾਂ ਹੈਗੀਆਂ ਅਤੇ ਆਪਾਂ ਚਲੋ 500 ਬੱਚੇ ਦਾ ਟੈਸਟ ਲੈ ਲਈਏ ਜਾਂ 400 ਬੱਚੇ ਦਾ ਲੈ ਲਈਏ। ਓਕੇ। ਇੱਦਾਂ ਹੀ ਉਹਨਾਂ ਦਾ 3-4 ਟਾਈਮ ਮਲਟੀਪਲ। ਜੀ। ਫਿਰ ਉਹਦੀ ਇੱਕ ਲਿਮਿਟ ਲਾ ਦਿੰਦੇ ਹਾਂ ਅਤੇ ਹੁਣ ਇਸ ਵੇਲੇ ਜਿਹੜੇ ਬੱਚੇ ਸਾਨੂੰ ਸੁਣਨਗੇ ਉਹ ਇਹ ਦੇਖਣਗੇ ਵੀ ਕਈ ਤਾਂ ਜਿਹੜੇ ਐਡਵਾਂਸ ਦੀ ਤਿਆਰੀ ਕਰ ਰਹੇ ਆ ਅਤੇ ਕਈ ਉਹਦੇ ਲਈ ਐਲੀਜੀਬਲ ਨਹੀਂ ਹੈਗੇ ਆ, ਪਰ ਉਹ ਜਿਹੜੇ ਸਾਡੇ 31 NIT ਹੈਗੇ ਆ ਅਤੇ ਹੋਰ ਜਿਹੜੇ ਵੀ ਸਟੇਟ ਗੌਰਮੈਂਟ ਦੇ ਜਾਂ ਸੈਂਟਰਲ ਗੌਰਮੈਂਟ ਦੇ ਸੈਂਟਰਲੀ ਫੰਡਡ ਜਾਂ ਆਟੋਨੋਮਸ ਇੰਸਟੀਟਿਊਸ਼ਨ ਹੈਗੇ ਆ, ਉਹ ਵੀ ਉਹਦੇ 'ਚ ਪਾਰਟੀਸਪੇਟ ਕਰ ਰਹੇ ਨੇ। ਜੀ। ਅਤੇ ਉਹਨਾਂ ਨੂੰ ਇੱਕ ਕਾਮਨ ਮੈਰਿਟ ਬਣਾ ਦਿੱਤੀ ਜਾਂਦੀ ਹੈ।
ਉਹਦੇ ਵਿੱਚ ਵੀ ਉਹ ਡਿਫਰੈਂਟ ਕੈਟਾਗਰੀਜ਼ ਜਿਹੜੀਆਂ ਕੋਈ ਸਪੈਸ਼ਲ ਕੈਟਾਗਰੀਜ਼ ਹੈ, ਜਿਵੇਂ SC ST ਦੀ ਹੈ, OBC ਦੀ ਹੈ, ਫਿਰ ਫਿਜ਼ੀਕਲੀ ਚੈਲੰਜਡ ਹੈਗੇ ਆ, ਅਤੇ ਜਾਂ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਹੈਗੇ ਆ ਜੀ। ਉਹ ਸਾਰਿਆਂ ਦਾ ਰਿਜ਼ਲਟ ਦਾ ਐਨਾਲਿਸਿਸ ਕਰਕੇ ਅਸੀਂ ਹਰੇਕ ਕੈਟਾਗਰੀ ਦੀ ਇੱਕ ਕੱਟ ਆਫ ਬਣਾਉਂਦੇ ਹਾਂ। ਠੀਕ ਹੈ। ਕੱਟ ਆਫ ਬਣਾਉਂਦੇ ਹਾਂ ਅਤੇ ਉਹਦੇ ਵਿੱਚ ਉਹਨਾਂ ਨੂੰ ਐਲੀਜੀਬਲ ਕਰ ਦਿੰਦੇ ਹਾਂ। ਅਤੇ ਜਿਹੜੇ ਵੀ ਬੱਚਿਆਂ ਕੋਲ ਇਸ ਵੇਲੇ ਰਿਜ਼ਲਟ ਹੈ ਉਹਦੇ ਵਿੱਚ ਉਹ ਲਿਖਿਆ ਹੋਣਾ ਵੀ ਆਲ ਇੰਡੀਆ ਉਹਨਾਂ ਦਾ ਪਰਸੈਂਟਾਈਲ ਆਇਆ ਹੋਣਾ, ਉਹ ਫਿਰ ਰੈਂਕਿੰਗ ਉਹਨਾਂ ਦੀ ਕੱਢਣਗੇ ਜੀ। ਅਤੇ ਉਹਦੇ ਵਿੱਚ ਉਹਨਾਂ ਦਾ ਕੀ ਹੋ ਜਾਂਦਾ ਹੈ ਕਿ ਉਹ ਸਾਰੇ ਬੱਚੇ ਜਿਹੜੇ ਐਲੀਜੀਬਲ ਹੈ, ਜਿਹੜੇ ਨਹੀਂ ਐਲੀਜੀਬਲ ਹੈ ਉਹ NIT ਜਾਂ ਜੋ ਵੀ ਇਹ ਜੋਸਾ ਇੱਕ ਕਾਉਂਸਲਿੰਗ ਸੁਸਾਇਟੀ ਹੈਗੀ ਹੈ ਉਹ ਉਹਨੂੰ ਕੰਡਕਟ ਕਰਦੀ ਹੈ, ਅਤੇ ਉਹਨਾਂ ਦਾ ਇੱਕ ਵੈਬਸਾਈਟ ਹੈ, ਉੱਥੇ ਹੀ ਉਹ ਸਾਰਾ ਕੁਛ ਉਹਨਾਂ ਨੇ ਇੰਸਟਰਕਸ਼ਨ ਦੇਣੀਆਂ ਅਤੇ ਬੱਚਿਆਂ ਨੇ ਆਪਣੀਆਂ ਚੋਇਸਿਸ ਭਰਨੀਆਂ। ਜਿਹੜੇ ਐਲੀਜੀਬਲ ਹੈ, ਜਿਹੜੇ ਉਸ ਕੱਟ ਆਫ ਤੋਂ ਉੱਪਰ ਹੈਗੇ, ਉਹਦੇ ਵਿੱਚ ਜਿਹੜੀ ਬਹੁਤ ਹੀ ਇੰਪੋਰਟੈਂਟ ਗੱਲ ਬੱਚਿਆਂ ਨੂੰ ਧਿਆਨ 'ਚ ਰੱਖਣ ਵਾਲੀ ਹੈ, ਕਿਉਂਕਿ ਕਈ ਵਾਰੀ ਬੱਚੇ ਸੋਚਦੇ ਕਿੱਥੋਂ ਇਨਫੋਰਮੇਸ਼ਨ ਮਿਲੂਗੀ ਜਾਂ ਕੌਣ ਦੱਸੂਗਾ। ਉਹ ਕਈ ਵਾਰੀ ਸਾਡੇ ਕੋਲ ਆ ਜਾਂਦੇ ਨੇ, NIT ਦੇ ਵਿੱਚ ਆ ਜਾਂਦੇ ਨੇ, ਉਹ ਬੜੀ ਦੂਰ ਤੋਂ ਆਉਂਦੇ ਆ, ਜਿਹੜੀ ਕਿ ਗੱਲ ਅਸੀਂ ਉਹੀ ਵੈਬਸਾਈਟ ਤੋਂ ਦੇਖ ਕੇ ਉਹਨਾਂ ਨੂੰ ਦੱਸਣੀ ਹੈ। ਅਤੇ ਮੈਂ ਉਹਨਾਂ ਨੂੰ ਇੱਕੋ ਹੀ ਮੰਤਰ ਦੱਸਾਂਗਾ ਕਿ ਉਹ ਸਵੇਰੇ ਵੀ ਉਸ ਵੈਬਸਾਈਟ ਨੂੰ ਚੈੱਕ ਕਰਨ, ਲੰਚ ਕਰਨ ਤੋਂ ਪਹਿਲਾਂ ਵੀ ਉਹਨੂੰ ਚੈੱਕ ਕਰਨ, ਅਤੇ ਸ਼ਾਮ ਨੂੰ ਡਿਨਰ ਕਰਨ ਤੋਂ ਪਹਿਲਾਂ ਵੀ ਉਹਨੂੰ ਚੈੱਕ ਕਰਨ, ਦਿਨ 'ਚ 3 ਵਾਰੀ ਚੈੱਕ ਕਰਨ। ਅਤੇ ਉਹਦੇ ਵਿੱਚ ਪੈਨਿਕ ਹੋਣ ਦੀ ਲੋੜ ਨਹੀਂ ਹੈਗੀ। ਉੱਥੇ ਕਈ ਵਾਰੀ ਸਮਾਂ ਉਹਨਾਂ 'ਚ ਘੱਟ ਹੁੰਦਾ, 2-3 ਦਿਨ ਦਾ ਹੀ ਵਕਤ ਹੁੰਦਾ ਹੈ ਜੀ। ਅਤੇ ਉਹ ਜੇ ਲੱਭਦੇ ਰਹੀਏ ਵੀ ਕਿਹਨੂੰ ਪੁੱਛੀਏ, ਉਹ ਬੰਦਾ ਇਨ ਟੱਚ ਨਾ ਹੋਵੇ ਐਡਮਿਸ਼ਨ ਪ੍ਰੋਸੈਸ ਦੇ ਨਾਲ, ਅਤੇ ਉਹ ਬੱਚੇ ਦਾ ਨੁਕਸਾਨ ਹੋ ਸਕਦਾ ਜੀ। ਜੀ। ਅਤੇ ਤੁਸੀਂ ਜਿਹੜੀ ਗੱਲ ਕਰ ਰਹੇ ਹੋ, ਜਿਹੜੀ ਵੈਬਸਾਈਟ ਦੀ ਗੱਲ ਕਰ ਰਹੇ ਹੋ, ਤਾਂ ਥੋੜ੍ਹਾ ਜਿਹਾ ਸਾਡੇ ਸਰੋਤਿਆਂ ਨੂੰ ਦੱਸ ਵੀ ਦਿਓ ਕਿ ਕਿਹੜੀ ਵੈਬਸਾਈਟ ਹੈ ਜੇਕਰ ਤੁਹਾਡੇ ਐਗਜ਼ੈਕਟ। ਜਿਹੜੀ ਜੋਸਾ ਹੈਗੀ ਹੈ ਉਹ ਜੁਆਇੰਟ ਸੀਟ ਐਲੋਕੇਸ਼ਨ ਅਥਾਰਟੀ ਹੈ। ਇਟ ਇਜ਼ ਸੈਟ ਅਪ ਬਾਈ ਦ ਮਿਨਿਸਟਰੀ ਆਫ ਐਜੂਕੇਸ਼ਨ ਫਾਰ ਕੰਡਕਟਿੰਗ ਦ ਕਾਉਂਸਲਿੰਗ ਆਫ NIT ਐਂਡ IIT ਜੀ। ਅਤੇ ਇਹਦਾ ਹੈਗਾ josa.nic.in। ਅਤੇ ਮੈਂ ਬੱਚਿਆਂ ਨੂੰ ਇਹ ਰਿਕੁਐਸਟ ਕਰਾਂਗਾ ਕਿ ਇਸ ਸਾਈਟ 'ਤੇ ਜੋ ਵੀ ਇੰਸਟਰਕਸ਼ਨ ਹੈ, ਜਦੋਂ ਵੀ ਉਹ ਰਜਿਸਟਰ ਕਰਨ ਨੂੰ ਕਹਿਣ, ਉਹਦੇ ਅਕੋਰਡਿੰਗਲੀ ਉਹ ਕਰਦੇ ਰਹਿਣ। ਉਹਨਾਂ ਨੂੰ ਅਲੱਗ-ਅਲੱਗ NIT ਦੇ ਵਿੱਚ ਜਿਹੜਾ ਹੈਗਾ ਉਹ ਰਜਿਸਟਰ ਕਰਨ ਦੀ ਲੋੜ ਨਹੀਂ ਹੈ, ਜਿਹੜੇ ਐਲੀਜੀਬਲ ਹੈ। ਪਰ ਇਹ ਸਿਰਫ NIT ਅਤੇ ਜਿਹੜੇ ਵੀ ਇੰਸਟੀਚਿਊਟ ਉਹਦੇ ਵਿੱਚ ਜੋਸਾ ਦੇ ਵਿੱਚ ਪਾਰਟੀਸਪੇਟ ਕਰ ਲਏ ਉਹਨਾਂ ਲਈ ਹੈ। ਬਾਕੀ ਕਾਲਜਾਂ ਲਈ ਉਹਨਾਂ ਨੂੰ ਇੰਡੀਪੈਂਡੈਂਟਲੀ ਆਪਣੇ ਆਪ ਕੰਟੈਕਟ ਕਰਕੇ ਅਪਲਾਈ ਕਰਨਾ। ਅੱਛਾ, ਜਿਹੜਾ ਮਤਲਬ ਕਿ ਬੱਚੇ ਆਮ ਇੰਜੀਨੀਅਰਿੰਗ ਕਾਲਜ 'ਚ ਐਡਮਿਸ਼ਨ ਲੈਣਾ ਚਾਹੁੰਦੇ ਉਹਨਾਂ ਨੂੰ JEE ਜਿਹੜਾ ਐਗਜ਼ਾਮ ਹੈ ਉਹ ਕਲੀਅਰ ਕਰਨਾ ਪੈਂਦਾ ਆਲ ਓਵਰ ਇੰਡੀਆ ਵਿੱਚ। ਇਹ ਸਿਰਫ ਜਿਹੜੇ NIT ਨੂੰ ਕਰਨਾ ਚਾਹੁੰਦੇ ਨੇ। ਹੁਣ ਮੈਂ ਇਹਦੇ 'ਚ ਹੋਰ ਦੱਸਾਂਗਾ, ਜਿਹੜੇ ਇੰਸਟੀਚਿਊਟ ਇਹਦੇ ਵਿੱਚ ਨਹੀਂ ਪਾਰਟੀਸਪੇਟ ਕਰ ਰਹੇ ਨੇ, ਇਹ ਡਾਇਰੈਕਟਲੀ ਕਰ ਰਹੇ ਆ, ਉਹ ਕਈ ਵਾਰੀ ਇਸ ਦੀ ਮੈਰਿਟ ਨੂੰ ਲੈ ਕੇ ਡਾਇਰੈਕਟ ਵੀ ਐਡਮਿਸ਼ਨ ਕਰ ਲੈਂਦੇ ਜੀ, ਉਹਨੂੰ ਹੀ ਕੰਸੀਡਰ ਕਰ ਲੈਂਦੇ ਨੇ। ਅਤੇ ਉਹਦੇ ਵਿੱਚ ਇਹ ਹੁੰਦਾ ਹੈ ਕਿ ਉਹ ਇਸ ਸਾਈਟ ਦੇ ਥਰੂ ਜਾਂ ਇਸ ਏਜੰਸੀ ਦੇ ਥਰੂ ਉਹ ਨਹੀਂ ਆਪਣੀ ਐਡਮਿਸ਼ਨ ਕਰਦੇ ਨੇ, ਉਹ ਡਾਇਰੈਕਟਲੀ ਕਰ ਲੈਂਦੇ ਹਨ। ਲੇਕਿਨ ਉਹ ਕਈ ਵਾਰੀ ਉਹ ਨਾ ਕਹਿੰਦੇ ਵੀ JEE ਦੀ ਮੈਰਿਟ ਕੀ ਹੈਗੀ ਹੈ, ਉਹਦੇ 'ਤੇ ਆਲ ਇੰਡੀਆ ਰੈਂਕ ਕੀ ਹੈਗਾ ਜਾਂ ਉਹਦਾ ਕੈਟਾਗਰੀ ਰੈਂਕ ਕੀ ਹੈਗਾ, ਉਸ ਮੈਰਿਟ ਨੂੰ ਯੂਟੀਲਾਈਜ਼ ਕਰ ਲੈਂਦੇ ਨੇ ਜੀ। ਲੇਕਿਨ ਇਹ NIT ਅਤੇ IIT ਦਾ ਹੀ ਇਹਦੇ 'ਚ ਐਡਮਿਸ਼ਨ ਪ੍ਰੋਸੈਸ ਹੈਗਾ ਜੀ। ਅਤੇ ਜਿਹੜੇ ਐਡਵਾਂਸ ਹੈ ਉਹ IIT ਕਰ ਲੈਂਦੇ ਨੇ, ਫਿਰ ਉਹ ਉਹਦੇ ਹੀ ਕਾਉਂਸਲਿੰਗ ਕਰ ਲੈਂਦੇ ਨੇ। ਅਤੇ NIT ਦੇ ਆਰ ਕੰਪਲਸਰੀ ਮੈਂਡੇਟਰੀ ਫॉर them। ਠੀਕ ਹੈ ਜੀ। ਅਤੇ ਦੂਜਿਆਂ ਲਈ ਨਹੀਂ ਹੈਗਾ, ਦੂਜਿਆਂ ਲਈ ਆਪਸ਼ਨਲ ਹੈਗਾ। ਅੱਛਾ ਡਾਕਟਰ ਸਾਹਿਬ, ਥੋੜ੍ਹਾ ਜਿਹਾ ਇੱਕ ਵਾਰੀ ਸਾਡੇ ਜਿਹੜੇ ਸੁਣਨ ਵਾਲੇ ਨੇ ਉਹਨਾਂ ਨੂੰ ਥੋੜ੍ਹਾ ਇਹ ਵੀ ਦੱਸ ਦਿਓ ਕਿ ਜਿਹੜਾ ਐਡਵਾਂਸ JEE ਹੈ, ਹਾਂਜੀ, ਜੇ ਤੁਸੀਂ ਗੱਲ ਕੀਤੀ ਹੈ, ਤਾਂ ਉਹਦੇ ਲਈ ਕਿਹੜੇ ਬੱਚੇ ਨੇ ਜਿਹੜੇ ਐਲੀਜੀਬਲ ਨੇ, ਉਹਦਾ ਐਲੀਜੀਬਿਲਿਟੀ ਬੇਸਿਕ ਕ੍ਰਾਈਟੇਰੀਆ ਉਹਦਾ ਕੀ ਹੈ? ਉਹ ਸਭ ਤੋਂ ਪਹਿਲਾਂ JEE ਦਾ ਐਗਜ਼ਾਮ ਹੁੰਦਾ ਹੈ। ਠੀਕ ਹੈ। ਉਹ ਜਿਵੇਂ ਟੈਸਟ ਲੈਣਾ ਹੈ ਜੀ, ਜਿਵੇਂ ਮੈਂ ਸੋਚਾਂ ਕਿ ਮੇਰੇ ਕੋਲ 100 ਬੱਚਾ ਹੈ ਤਾਂ ਮੈਂ 500 ਬੱਚੇ ਨੂੰ ਐਲੀਜੀਬਲ ਕਰਨਾ ਹੈ, ਅਤੇ ਮੈਂ ਸਾਰਾ ਰਿਜ਼ਲਟ ਦਾ ਐਨਾਲਿਸਿਸ ਕਰਕੇ ਇੱਕ ਦੇਖਾਂਗਾ ਕਿ 500 ਕੁ ਬੱਚਾ ਇੱਥੇ ਇੱਕ ਰੈਂਕ ਤੱਕ ਆ ਜਾਂਦਾ ਹੈ, ਉਹ ਮੈਂ ਕੱਟ ਆਫ ਬਣਾ ਦਿਆਂਗਾ। ਅਤੇ ਇੱਕ ਸੀਟ ਦੇ ਅਗੇਂਸਟ 5 ਬੱਚੇ ਜਾਂ 4 ਬੱਚੇ, ਜੋ ਵੀ ਉਹਨਾਂ ਦੀ ਉਹ ਕਮੇਟੀ ਹੈ ਉਹ ਫੀਲ ਕਰਦੀ ਹੈ ਕਿ ਭਈ ਪੁਰਾਣੇ ਟਰੈਂਡ ਨੂੰ ਦੇਖ ਕੇ 4-5 ਬੱਚੇ ਇੱਕ ਸੀਟ ਦੇ ਅਗੇਂਸਟ ਬੁਲਾਉਣੇ ਆ, ਤਾਂ ਕਿ ਉਹ ਬੱਚੇ ਨਾ ਕਰਨ ਤੇ ਦੂਜੇ ਨੂੰ ਉਹ ਦਿੱਤੇ ਜਾ ਸਕੇ। ਮਤਲਬ ਕਿ ਜੇਕਰ ਤੁਸੀਂ IIT 'ਚ ਵੀ ਐਡਮਿਸ਼ਨ ਲੈਣੀ ਹੈ ਤਾਂ ਤੁਹਾਨੂੰ JEE ਪਹਿਲਾਂ ਦੇਣਾ ਹੀ ਪਏਗਾ, ਫਿਰ ਐਡਵਾਂਸ ਦੇਣਾ, ਤੇ ਉਹਦੇ ਵਿੱਚੋਂ ਜਿਹੜੇ ਬੱਚੇ ਟੌਪ ਦੀ ਮੈਰਿਟ 'ਚ ਆਉਣਗੇ ਉਹ ਫਿਰ ਐਡਵਾਂਸ ਦੇਣਾ JEE ਉਹ ਦੇਣਗੇ। ਠੀਕ ਹੈ ਜੀ। ਅੱਛਾ ਡਾਕਟਰ ਸਾਹਿਬ, ਇੱਕ ਡਿਪਲੋਮਾ ਵੀ ਕਰਵਾਇਆ ਜਾਂਦਾ, ਇਹ ਤਾਂ ਹੁਣ ਤੁਸੀਂ BTech ਦੀ ਗੱਲ ਕੀਤੀ ਜਾਂ BE ਦੀ ਗੱਲ ਕੀਤੀ ਹੈ, ਡਿਪਲੋਮਾਸ ਵੀ ਜਿਹੜੇ ਕਈ ਕਾਲਜਸ ਦੇ ਵਿੱਚ ਕਰਵਾਏ ਜਾਂਦੇ, ਪੋਲੀਟੈਕਨਿਕ ਕਾਲਜਸ ਦੇ ਵਿੱਚ, ਤਾਂ ਉਹ ਕੀ ਡਿਪਲੋਮਾ ਕਿੰਨੀ ਦੇਰ ਦਾ ਹੁੰਦਾ ਅਤੇ ਉਹਦੀ ਐਡਮਿਸ਼ਨ ਦਾ ਪ੍ਰੋਸੈਸ ਕੀ ਹੁੰਦਾ ਜੀ? ਦੇਖੋ, ਉਹ ਜਿਹੜਾ ਡਿਪਲੋਮਾ ਹੈਗਾ ਉਹ 10th ਤੋਂ ਬਾਅਦ ਵੀ ਹੋ ਜਾਂਦਾ ਹੈ ਜੀ,
ਤੇ 12th ਤੋਂ ਬਾਅਦ ਵੀ ਹੋ ਜਾਂਦਾ ਹੈ। ਹਾਂ ਹਾਂ, ਕਈਆਂ ਦੇ ਵਿੱਚ 2 ਸਾਲ ਦਾ 12th ਤੋਂ ਬਾਅਦ 2 ਸਾਲ ਦਾ ਜੀ ਕਰ ਦਿੰਦੇ ਨੇ, ਹਾਂ ਹਾਂ ਤੇ 10th ਤੋਂ ਬਾਅਦ 3 ਸਾਲ ਦਾ ਕਰ ਦਿੰਦੇ। ਜੀ ਤੇ ਫਿਰ ਜਿਹੜਾ ਡਿਪਲੋਮੇ ਹੈਗੇ ਆ, ਉਹ ਜਿਹਨੇ ਡਿਪਲੋਮਾ ਕੀਤਾ ਹੋਏ, ਤੇ ਕਈ ਯੂਨੀਵਰਸਿਟੀਆਂ ਦੇ ਵਿੱਚ ਇੱਕ ਲੇਟਰਲ ਐਂਟਰੀ ਐਡਮਿਸ਼ਨ ਹੁੰਦੀ ਹੈ, ਜਿਹੜੀ ਕਿ ਸੈਕੰਡ ਈਅਰ 'ਚ ਹੋ ਜਾਂਦੀ ਹੈ ਡਿਗਰੀ ਦੇ, ਤੇ ਉਹਦੀ ਡਿਗਰੀ ਜਿਹੜੀ ਹੈਗੀ ਹੈ, ਉਹ ਸਾਰਾ ਡਿਪਲੋਮਾ ਜਿਹੜਾ ਸਾਰਾ ਮਿਲਾ ਕੇ ਹੈ, ਉਹ ਫਸਟ ਈਅਰ ਦੇ ਬਰਾਬਰ ਮੰਨ ਕੇ ਉਹਦੀ ਡਿਗਰੀ 3 ਸਾਲ ਦੀ ਹੋ ਜਾਂਦੀ ਹੈ। ਜੀ, ਮਤਲਬ ਕਿ ਉਹਦਾ 1 ਸਾਲ ਘੱਟ ਹੋ ਜਾਂਦਾ ਹੈ ਇੰਜੀਨੀਅਰਿੰਗ ਦੀ ਡਿਗਰੀ ਦੇ ਵਿੱਚ ਐਡਮਿਸ਼ਨ ਲੈਣ ਲਈ। ਜੀ ਠੀਕ ਹੈ। ਅੱਛਾ, ਇਹ ਜਿਹੜੇ ਆਪਾਂ ਚਾਹੇ ਲੇਟਰਲ ਐਂਟਰੀ ਰਾਹੀਂ ਐਡਮਿਸ਼ਨ ਲਈਏ ਜਾਂ ਫਿਰ ਜਿਹੜੇ ਬੱਚੇ ਡਾਇਰੈਕਟ ਡਿਗਰੀ ਦੇ ਵਿੱਚ ਜਾਂਦੇ ਨੇ, ਤਾਂ ਕਿਹੜੇ ਕਿਹੜੇ ਟ੍ਰੇਡਸ ਦੇ ਵਿੱਚ ਉਹ ਜਿਹੜੀ ਇੰਜੀਨੀਅਰਿੰਗ ਕਰ ਸਕਦੇ ਨੇ? ਇਹ ਦੇਖੋ ਜੀ, ਇਹ ਹਰੇਕ ਇੰਸਟੀਚਿਊਟ ਦੇ ਵਿੱਚ ਅੱਜ ਕੱਲ੍ਹ ਜੋ ਜ਼ਿਆਦਾ ਟਰੈਂਡ ਹੈ, ਜਿਵੇਂ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਹੈ, ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਹੈ, ਇਨਫੋਰਮੇਸ਼ਨ ਟੈਕਨੋਲੋਜੀ ਹੈ, ਔਰ ਮਕੈਨੀਕਲ ਇੰਜੀਨੀਅਰਿੰਗ। ਇਹ ਮੋਸਟਲੀ ਪੰਜਾਬ ਦੇ ਜਿਹੜੇ ਇੰਜੀਨੀਅਰਿੰਗ ਕਾਲਜ ਹੈਗਾ, ਇਹਨਾਂ ਦੇ ਵਿੱਚ ਜ਼ਿਆਦਾਤਰ ਕੋਰਸਿਸ, ਇਹਨਾਂ ਨੂੰ ਅਸੀਂ ਕਹਿੰਦੇ ਹਾਂ ਵੀ ਇਲੈਕਟ੍ਰੀਕਲ ਸਾਇੰਸ ਡਿਵੀਜ਼ਨ ਦੇ ਕੋਰਸ ਹੈਗੇ, ਜਿਹੜੇ ਇਲੈਕਟ੍ਰੀਕਲ ਤੋਂ ਉਤਪੰਨ ਹੋਏ ਆ ਵੀ ਸਰਕਟਰੀ ਕੋਰਸ ਜਿਹੜੇ ਹੈਗੇ ਆ, ਅਤੇ ਇਲੈਕਟ੍ਰੀਕਲ ਇੰਜੀਨੀਅਰਿੰਗ, ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ, ਇੰਸਟਰੂਮੈਂਟੇਸ਼ਨ ਕੰਟਰੋਲ ਇੰਜੀਨੀਅਰਿੰਗ, ਅਤੇ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ, ਇਨਫੋਰਮੇਸ਼ਨ ਟੈਕਨੋਲੋਜੀ। ਅਤੇ ਦੂਜੇ ਜਿਹੜੇ ਮਕੈਨੀਕਲ ਇੰਜੀਨੀਅਰਿੰਗ ਜਾਂਦੇ, ਸਿਵਲ ਆ ਗਿਆ, ਮਕੈਨੀਕਲ ਇੰਜੀਨੀਅਰ ਆ ਗਿਆ, ਟੈਕਸਟਾਈਲ ਆ ਗਿਆ। ਇਹਦੇ ਵਿੱਚ ਮਕੈਨੀਕਲ ਮਸ਼ੀਨਰੀ ਵੀ ਹੁੰਦੀ, ਇਹਨੂੰ ਅਸੀਂ ਕਈ ਵਾਰੀ ਡਿਵਾਈਡ ਕਰਦੇ, ਮਕੈਨੀਕਲ ਇੰਜੀਨੀਅਰਿੰਗ ਡਿਵੀਜ਼ਨ ਜਾਂ ਮਕੈਨੀਕਲ ਡਿਵੀਜ਼ਨ, ਇਲੈਕਟ੍ਰੀਕਲ ਡਿਵੀਜ਼ਨ ਜਾਂ ਅਪਲਾਈਡ ਸਾਇੰਸਿਸ ਡਿਵੀਜ਼ਨ, ਜਿਹਦੇ 'ਚ ਕੈਮਿਸਟਰੀ ਆ ਜਾਂਦੀ ਹੈ, ਕੈਮੀਕਲ ਇੰਜੀਨੀਅਰਿੰਗ ਆ ਜਾਂਦੀ ਹੈ, ਟੈਕਸਟਾਈਲ ਵੀ ਆ ਜਾਂਦੀ ਹੈ। ਅਤੇ ਇਹਨਾਂ ਦੇ ਵਿੱਚ ਉਹ ਸਾਰੇ ਇਹ ਬੀਟੈਕ ਲੈਵਲ 'ਤੇ ਵੀ ਉਹ ਕੋਰਸਿਸ ਦੀ ਡਿਊਰੇਸ਼ਨ ਦਾ ਫਰਕ ਹੈਗਾ, ਅਤੇ ਉਹ ਉਧਰ ਜਿਹੜਾ ਹੈ ਬੀਟੈਕ ਦੀ ਡਿਗਰੀ ਜਿਹੜੀ ਹੈਗੀ ਹੈ, ਉਹ ਉਹਦੇ ਵਿੱਚ 4 ਸਾਲ ਦੀ ਡਿਗਰੀ ਹੈ। ਜੇ ਲੇਟਰਲ ਐਂਟਰੀ 'ਤੇ ਕੋਈ ਆਉਂਦਾ ਹੈ, ਤਾਂ ਉਹਨੂੰ 3 ਸਾਲ ਦੀ ਡਿਗਰੀ ਹੋ ਜਾਂਦੀ। ਜੀ ਅੱਛਾ ਡਾਕਟਰ ਸਾਹਿਬ, ਜਿਹੜੇ ਬੱਚੇ ਐਡਮਿਸ਼ਨ ਤਾਂ ਲੈ ਲੈਂਦੇ ਨੇ, ਪਰ ਕਈ ਬੱਚੇ ਜਿਹੜੇ ਨਾ, ਉਹਨਾਂ ਦੀ ਬੈਕਗਰਾਊਂਡ ਜਿਹੜੀ ਹੈ ਇੰਨੀ ਸਟਰੋਂਗ ਨਹੀਂ ਹੁੰਦੀ ਫਾਈਨੈਂਸ਼ੀਅਲੀ, ਅਤੇ ਪਿੱਛੋਂ ਜਿਹੜੇ ਮਾਂ-ਬਾਪ ਇੰਨੇ ਪੈਸੇ ਨਹੀਂ ਦੇ ਸਕਦੇ ਹੁੰਦੇ, ਕਿਉਂਕਿ ਫੀਸਾਂ ਅੱਜ ਕੱਲ੍ਹ ਬਹੁਤ ਜ਼ਿਆਦਾ ਨੇ, ਕਿ ਜਿਹੜੇ ਬੱਚੇ ਐਡਮਿਸ਼ਨ ਲੈਂਦੇ ਨੇ ਇੰਜੀਨੀਅਰਿੰਗ ਦੇ ਵਿੱਚ, ਉਹਨਾਂ ਲਈ ਕਿਸੇ ਤਰ੍ਹਾਂ ਦੀ ਸਕਾਲਰਸ਼ਿਪਸ ਵੀ ਅਵੇਲੇਬਲ ਹੁੰਦੀਆਂ ਨੇ ਕਾਲਜਸ ਦੇ ਵਿੱਚ? ਮੈਂ ਇਹਦੇ 'ਤੇ ਇਹ ਕਰਾਂਗਾ, ਇਹਦਾ ਇੱਕ ਭਾਰਤ ਸਰਕਾਰ ਪਹਿਲਾਂ ਸਟਾਈਫੰਡ ਦਿੰਦੀ ਸੀਗੀ, ਪੋਸਟ ਮੈਟ੍ਰਿਕ ਵੀ ਦਿੰਦੀ ਸੀਗੀ, ਉਹ ਵੀ ਹੈਗੇ ਆ। ਲੇਕਿਨ ਹੁਣ ਜਿਹੜਾ ਉਹਨਾਂ ਨੇ ਇੱਕ ਕੰਮ ਸ਼ੁਰੂ ਕੀਤਾ ਹੈ ਕਿ ਜਿਹਦੀ 1 ਲੱਖ ਤੱਕ ਇਨਕਮ ਹੈਗੀ ਹੈ, ਉਹ ਤੋਂ ਟਿਊਸ਼ਨ ਫੀ ਕੋਈ ਨਹੀਂ ਲਿੱਤੀ ਜਾਂਦੀ ਉਹ ਤੋਂ। ਅੱਛਾ ਜੀ। ਅਤੇ 1 ਲੱਖ ਤੋਂ 5 ਜਾਂ 6 ਲੱਖ ਦੀ ਕੋਈ ਲਿਮਿਟ ਹੈਗੀ ਹੈ, ਉਹ 'ਚੋਂ 50% ਟਿਊਸ਼ਨ ਫੀ ਲਿੱਤੀ ਜਾਂਦੀ ਹੈ। ਇਹ ਸਾਲਾਨਾ ਦੀ ਗੱਲ? ਸਾਲਾਨਾ ਦੀ। ਅਤੇ ਜਿਹਦੀ 6 ਲੱਖ ਤੋਂ ਉੱਪਰ ਹੈਗੀ ਹੈ, ਉਹ ਤੋਂ ਫਿਰ ਟਿਊਸ਼ਨ ਫੀ ਜਿਹੜੀ ਹੈ ਉਹ ਲਿੱਤੀ ਜਾਂਦੀ ਹੈਗੀ ਫੁੱਲ। ਅਤੇ ਜਿਹੜੇ ਵੀ ਆਪਣੇ ਰਿਜ਼ਰਵਡ ਕੈਟਾਗਰੀ ਦੇ ਵਿੱਚ ਹੈਗੇ, ਉਹਨਾਂ ਤੋਂ ਕੋਈ ਟਿਊਸ਼ਨ ਫੀਸ ਨਹੀਂ ਲਿੱਤੀ ਜਾਂਦੀ ਹੈ। ਅੱਛਾ ਜੀ। ਹਾਂ, ਜਾਂਦੀ ਉਹਨੂੰ ਸਾਰੀ ਮਾਫ। ਫਿਰ ਵੀ ਕਈ ਜਿਵੇਂ ਸਟੇਟ ਗੌਰਮੈਂਟਸ ਹੈ, ਪੰਜਾਬ ਗੌਰਮੈਂਟ ਹੈ, ਇਹ ਬੱਚਿਆਂ ਲਈ ਜਿਵੇਂ ਕੋਈ ਬੁੱਕਸ ਲੈਣੀਆਂ ਹੈ ਜਾਂ ਕੋਈ ਹੋਰ ਖਰਚੇ ਹੈਗੇ ਆ, ਕਈ ਵਾਰੀ ਇਹ ਵੀ ਸਟੇਟ ਗੌਰਮੈਂਟਸ ਵੀ ਉਹਨਾਂ ਨੂੰ ਪ੍ਰੋਤਸਾਹਿਤ ਕਰਦੀਆਂ ਹੈ। ਫਿਰ ਸਾਡੇ SC ST ਜਿਹੜੇ ਮਿਨਿਸਟਰੀ ਦੇ ਵਿੱਚ ਸਪੈਸ਼ਲ ਸੈੱਲ ਕ੍ਰੀਏਟ ਕੀਤੇ ਹੋਏ ਆ, ਉਹ ਬੱਚਿਆਂ ਨੂੰ ਲੈਪਟਾਪ ਖਰੀਦਣ ਲਈ ਵੀ ਅਸਿਸਟੈਂਸ ਦਿੰਦੇ ਨੇ, ਜਿਹੜੇ ਅੱਛੇ ਹੈਗੇ ਆ, ਅਤੇ ਉਹਨਾਂ ਨੂੰ ਸਕਾਲਰਸ਼ਿਪ ਵੀ ਆਉਂਦੇ ਨੇ। ਉਹ ਔਨਲਾਈਨ ਪੋਰਟਲ 'ਤੇ ਡਿਫਰੈਂਟ ਸਟੇਟਸ ਜਿਹੜੀਆਂ ਹੈਗੀਆਂ, ਉਹ ਆਫਰ ਕਰਦੀਆਂ। ਮੈਂ ਇੱਥੇ ਇਹ ਦੱਸਣਾ ਚਾਹੁੰਦਾ, ਜਿਹੜੇ NIT ਦਾ ਐਡਮਿਸ਼ਨ ਸਿਸਟਮ ਹੈ, ਇਹਦੇ 'ਚ ਇਹ ਇੱਕ ਮਿੰਨੀ ਇੰਡੀਆ ਹੀ ਹੁੰਦਾ। ਇੱਥੇ ਹਰੇਕ ਸਟੇਟ 'ਚ ਇੱਕ NIT ਹੁੰਦਾ ਹੈ। ਜੀ ਜੀ। ਜਿਵੇਂ ਹਰਿਆਣਾ ਦੇ ਵਿੱਚ ਕੁਰੂਕਸ਼ੇਤਰਾ ਦੇ ਵਿੱਚ ਹੈਗਾ NIT, ਪੰਜਾਬ ਦੇ ਵਿੱਚ ਇਹ ਜਲੰਧਰ 'ਚ ਹੈਗਾ, ਹਿਮਾਚਲ ਦੇ ਵਿੱਚ ਜਿਵੇਂ NIT ਹਮੀਰਪੁਰ ਹੈਗਾ, JNK ਦੇ ਵਿੱਚ NIT ਸ਼੍ਰੀਨਗਰ ਹੈਗਾ, ਇੱਦਾਂ। ਅਤੇ ਦਿੱਲੀ ਦੀ ਹੁਣ ਸਟੇਟ ਹੋ ਗਈ ਹੈ, ਅਤੇ NIT ਦਿੱਲੀ ਹੈਗਾ। ਅਤੇ ਇੱਦਾਂ ਮਤਲਬ ਸਾਰਿਆਂ ਦੇ ਵਿੱਚ। ਉਹਦੇ 'ਚ ਇੱਕ ਹੋਰ ਬਹੁਤ ਵਧੀਆ ਉਪਰਾਲਾ ਹੈ, ਜਿਹੜਾ ਕਿ ਸਾਡੇ ਕੰਟਰੀ ਦੀ ਵਿਜ਼ਨ ਨੂੰ ਦਰਸਾਉਂਦਾ ਹੈ, ਕਿ ਭਈ ਜਿਸ ਸਟੇਟ ਦੇ ਵਿੱਚ ਇਹ ਕਾਲਜ ਹੈਗਾ, 50% ਬੱਚੇ ਉਸ ਸਟੇਟ ਦੇ ਸੀਟਾਂ ਉਸੇ ਹੀ ਸਟੇਟ ਦੇ ਬੱਚਿਆਂ ਲਈ ਰਿਜ਼ਰਵ ਹੈਗੀਆਂ। ਅੱਛਾ ਜੀ। ਅਤੇ ਜਿਹੜੀ 50% ਹੈ, ਉਹ ਰੈਸਟ ਆਫ ਇੰਡੀਆ ਲਈ ਹੋ ਜਾਂਦੀ ਹੈ। ਅੱਛਾ ਡਾਕਟਰ ਸਾਹਿਬ, ਜਦੋਂ ਬੱਚੇ ਇੰਜੀਨੀਅਰਿੰਗ ਕਰ ਚੁੱਕਦੇ ਨੇ, ਤਾਂ ਜਦੋਂ ਉਹ ਨੌਕਰੀਆਂ ਲਈ ਜਾਂਦੇ ਨੇ, ਤਾਂ ਕਿਸ ਤਰ੍ਹਾਂ ਦਾ ਜਿਹੜਾ ਰੁਜ਼ਗਾਰ ਉਹਨਾਂ ਨੂੰ ਮਿਲਦਾ ਹੈ, ਕਿਸ ਤਰ੍ਹਾਂ ਦੀ ਨੌਕਰੀ ਉਹ ਕਰ ਸਕਦੇ ਨੇ? ਉਹ ਮੈਂ ਉਹਦੇ 'ਤੇ ਇਹ ਕਹਿੰਦਾ ਵੀ ਰੁਜ਼ਗਾਰ ਤਾਂ ਕੰਪਨੀਆਂ ਜਿਹੜੀਆਂ ਪਲੇਸਮੈਂਟ ਹੈ, ਉਹ 7th ਸਮੈਸਟਰ 'ਚ ਹੀ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਅੱਛਾ ਜੀ।
ਤੇ ਉਹਦੇ ਵਿੱਚ ਉਹਨਾਂ ਦੀ ਪਲੇਸਮੈਂਟ ਹੋ ਜਾਂਦੀ ਹੈ 1 ਸਾਲ ਪਹਿਲਾਂ ਹੀ। ਜਦੋਂ 3rd ਈਅਰ ਉਹ ਕੰਪਲੀਟ ਕਰ ਲੈਂਦੇ ਨੇ ਤਾਂ ਉਹਦੇ 'ਚ ਹੀ ਸਾਡਾ ਇੱਕ ਸਪੈਸ਼ਲ ਸੈੱਲ ਹੁੰਦਾ ਹੈ, ਟ੍ਰੇਨਿੰਗ ਐਂਡ ਪਲੇਸਮੈਂਟ ਡਿਵੀਜ਼ਨ ਹੈ। ਉਹਦੇ ਵਿੱਚ ਉਹ ਕੰਪਨੀਆਂ ਨੂੰ ਕੰਟੈਕਟ ਕਰਦਾ ਹੈ ਤੇ ਇੰਟਰਵਿਊ ਅਰੇਂਜ ਕਰਦਾ ਹੈ ਤੇ ਉਹ ਸਾਡੇ ਕੈਂਪਸ ਵਿਜ਼ਿਟ ਕਰਦੀਆਂ। ਪਲੇਸਮੈਂਟ ਦੇ ਜਗ੍ਹਾ 'ਤੇ ਮੈਂ ਇੱਕ ਹੋਰ ਬੜੀ ਇੰਪੋਰਟੈਂਟ ਇਸ਼ੂ ਜਿਹੜਾ ਹੈ ਉਹ ਡਿਸਕਸ ਤੁਹਾਡੇ ਨਾਲ ਕਰਨਾ ਚਾਹਾਂਗਾ ਕਿ ਜੋਬਸ ਤਾਂ ਸਾਨੂੰ ਆਪਣੀ ਟ੍ਰੇਨਿੰਗ 'ਤੇ ਵਿਸ਼ਵਾਸ ਹੋਣਾ ਚਾਹੀਦਾ। 4 ਸਾਲਾਂ ਬਾਅਦ ਕੀ ਹੋਣਾ ਹੈ ਇਹ ਨਾ ਮੈਨੂੰ ਪਤਾ ਨਾ ਆਪਣੇ ਦੇਸ਼ ਨੂੰ ਪਤਾ ਵੀ ਕਿੱਦਾਂ ਦੀ। ਕਈ ਵਾਰੀ ਹੁੰਦਾ ਹੈ ਵੀ ਕੋਈ ਰਿਸੈਸ਼ਨ ਆ ਜਾਂਦੀ ਹੈ, ਕਈ ਵਾਰੀ ਹੁਣ ਸਾਡਾ ਪੈਂਡੇਮਿਕ ਆ ਗਿਆ ਸੀ ਅਤੇ ਬਹੁਤੀਆਂ ਸਾਰੀਆਂ ਸਾਡੀਆਂ ਸੰਸਥਾਵਾਂ ਬੰਦ ਹੋ ਗਈਆਂ ਸੀ, ਫੈਕਟਰੀਆਂ ਬੰਦ ਹੋ ਗਈਆਂ ਸੀ, ਜੋਬ ਦਾ ਬਹੁਤ ਮੁਸ਼ਕਿਲ ਹੋ ਗਿਆ ਸੀ। ਜੀ ਜੀ ਬਿਲਕੁਲ। ਲੇਕਿਨ ਜਿਹੜੀ IT ਸੈਕਟਰ ਦੇ ਰਿਲੇਟਡ ਜਿਹੜੀਆਂ ਜੋਬ ਸੀਗੀਆਂ ਉਹ ਵੱਧ ਗਈਆਂ ਸੀਗੀਆਂ ਅਤੇ ਸਾਨੂੰ ਇਹ ਨਹੀਂ ਪਤਾ ਹੁੰਦਾ ਵੀ ਅੱਜ ਬੱਚਾ ਐਡਮਿਸ਼ਨ ਲੈਂਦਾ ਤਾਂ ਉਹ ਕਹਿੰਦਾ ਵੀ ਕਿੱਥੇ ਐਡਮਿਸ਼ਨ ਜਿਹੜੀ ਹੈ ਉਹ ਕਿਹਦੇ 'ਚ ਜੋਬ ਜ਼ਿਆਦਾ ਹੁੰਦੀ ਹੈ। ਅਤੇ ਮੈਂ ਉਹਨੂੰ ਪੇਰੈਂਟਸ ਨੂੰ ਅਤੇ ਬੱਚਿਆਂ ਨੂੰ ਇਹੀ ਰਿਕੁਐਸਟ ਕਰਨਾ ਚਾਹਾਂਗਾ ਕਿ ਉਹ ਇਹ ਨਾ ਦੇਖਣ, ਉਹ ਇਹ ਦੇਖਣ ਵੀ ਕਿਸ ਕਾਲਜ ਦੇ ਵਿੱਚ ਵਧੀਆ ਪੜ੍ਹਾਈ ਹੁੰਦੀ ਹੈ ਅਤੇ ਟਾਈਮ ਜਿਹੜਾ ਹੈ ਉਹ ਚੰਗਾ ਮਾੜਾ ਆਉਂਦਾ ਰਹਿੰਦਾ। ਬਿਲਕੁਲ ਹੈ ਜੀ। ਅਤੇ ਉਹਦੇ ਵਿੱਚ ਉਹ ਉਹਦੇ ਤਾਂ ਨਾ ਕਹਿਣ ਵੀ ਚੰਗੇ ਟਾਈਮ ਲਈ ਤਿਆਰੀ ਕਰਨੀ ਹੈ। ਅਸੀਂ ਕਰਨਾ ਹੈ ਵੀ ਬਹੁਤ ਔਖਾ ਟਾਈਮ ਹੋਵੇ ਉਹਦੇ 'ਚ ਵੀ ਸਾਡੀ ਪੜ੍ਹਾਈ ਜਿਹੜੀ ਹੈ ਅਸੀਂ ਉਹਨੂੰ ਵਿਦਸਟੈਂਡ ਕਰ ਸਕੀਏ ਅਤੇ ਅੱਛੀ ਨੌਕਰੀ ਪਾ ਸਕੀਏ ਜੀ। ਅਤੇ ਉਹਦੇ ਵਿੱਚ ਜਿਹੜੇ ਵੀ ਕੋਈ ਡਿਸਿਪਲਿਨ ਤੁਸੀਂ ਚੂਜ਼ ਕਰਨਾ ਹੈ, ਡਿਪਾਰਟਮੈਂਟ ਚੂਜ਼ ਕਰਨਾ ਹੈ ਜਾਂ ਸਬਜੈਕਟ ਚੂਜ਼ ਕਰਨਾ ਹੈ, ਉਹਦੇ ਵਿੱਚ ਤੁਸੀਂ ਇਹ ਬਹੁਤ ਦੇਖਣਾ ਹੈ ਕਿ ਬੱਚਾ ਜਿਹੜਾ ਹੈਗਾ ਉਹ ਸਲੋ ਲਰਨਰ ਹੈ ਕਿ ਕੁਇਕ ਲਰਨਰ ਹੈ। ਬਈ ਜਿਹੜੀ ਬ੍ਰਾਂਚ ਤੁਸੀਂ ਇੰਜੀਨੀਅਰਿੰਗ ਕਰਨਾ ਚਾਹੁੰਦੇ ਆ ਉਹ ਬੱਚੇ ਦਾ ਇੰਟਰਸਟ ਉਹਦੇ 'ਚ ਹੈਗਾ ਕਿ ਨਹੀਂ ਹੈਗਾ, ਉਹ ਉਨੀ ਕ੍ਰੀਏਟਿਵਿਟੀ। ਮੈਂ ਫੋਰ ਐਗਜ਼ਾਮਪਲ ਅਸੀਂ ਸਪੋਜ਼ ਕਰੋ ਆਰਕੀਟੈਕਚਰ ਦਾ ਕੋਰਸ ਐਡਮਿਸ਼ਨ ਲੈਣਾ ਚਾਹੁੰਦੇ ਹਾਂ, ਬੱਚਾ ਇੰਟਰਸਟਡ ਹੈ ਲੇਕਿਨ ਉਹਦੀ ਅਗਰ ਇਮੈਜੀਨੇਸ਼ਨ ਕ੍ਰੀਏਟਿਵਿਟੀ ਨਹੀਂ ਹੈ ਤੇ ਉਹਦੇ 'ਚ ਨੂੰ ਐਕਸੈਲ ਕਰਨਾ ਬਹੁਤ ਮੁਸ਼ਕਿਲ ਹੈ। ਬਿਲਕੁਲ ਸਹੀ ਗੱਲ। ਅਤੇ ਜਿਹੜਾ ਸਲੋ ਲਰਨਰ ਹੈ ਉਹ ਜਿਹੜੀਆਂ ਕੁਇਕ ਚੇਂਜਿੰਗ ਡਿਸਿਪਲਿਨ ਹੈ ਜਿਵੇਂ IT ਹੈ ਵੀ ਅੱਜ ਇੱਕ ਪ੍ਰੋਗਰਾਮਿੰਗ ਲੈਂਗੁਏਜ ਸਿੱਖ ਲਈ, ਉਹ 2 ਦਿਨਾਂ 'ਚ ਇੰਪਲੀਮੈਂਟ ਕੀਤੀ ਅਤੇ ਉਹ ਤੋਂ ਭੁੱਲ ਕੇ ਨਵੀਂ ਫੇਰ ਸਿੱਖ ਲਈ। ਅਤੇ ਜੇ ਉਹ ਐਟੀਚਿਊਡ ਉਹਦੇ 'ਚ ਕੁਆਲਿਟੀ ਨਹੀਂ ਹੈਗੀ ਹੈ ਅਤੇ ਫਿਰ ਉਹਨੂੰ ਉਹ ਡਿਸਿਪਲਿਨ ਦੇ ਵਿੱਚ ਨਹੀਂ ਕਰਨਾ ਚਾਹੀਦਾ, ਇੰਜੀਨੀਅਰਿੰਗ ਨਹੀਂ ਕਰਨੀ ਚਾਹੀਦੀ। ਨਹੀਂ ਤਾਂ ਉਹ ਸਾਰੀ ਉਮਰ ਇੱਕ ਮੀਡੀਓਕਰ ਰਹਿ ਕੇ ਅਤੇ ਆਪਣੇ ਪ੍ਰੋਫੈਸ਼ਨ ਨੂੰ ਇੰਜੋਏ ਨਹੀਂ ਕਰੇਗਾ, ਨਾ ਹੀ ਉਹਦੇ 'ਚ ਐਕਸੈਲ ਕਰੇਗਾ। ਅਤੇ ਇਹ ਬਹੁਤ ਜ਼ਰੂਰੀ ਹੁੰਦਾ ਇੱਕ ਰਾਈਟ ਚੋਇਸ, ਪ੍ਰੋਪਰ ਕਾਉਂਸਲਿੰਗ ਦੇ ਰਾਹੀਂ ਆਪਣੀਆਂ ਜਿਹੜੀਆਂ ਖਾਮੀਆਂ ਹੈ ਉਹਨਾਂ ਨੂੰ ਦੇਖ ਕੇ ਉਹਦੇ ਹਿਸਾਬ ਨਾਲ ਜਿਹਦੇ 'ਚ ਤੁਸੀਂ ਇੰਜੋਏ ਕਰਦੇ ਹੋ ਕੰਮ ਕਰਨ ਲਈ ਉਹ ਤੁਸੀਂ ਡਿਸਿਪਲਿਨ ਚੂਜ਼ ਕਰੋ। ਜੀ ਬੜੀ ਮਹੱਤਵਪੂਰਨ ਗੱਲ ਤੁਸੀਂ ਕਹੀ ਹੈ। ਅੱਛਾ, ਇਹਦੇ ਵਿੱਚ ਤੁਸੀਂ ਹੁਣ ਜੌਬ ਦੀ ਜਿਹੜੀ ਗੱਲ ਕੀਤੀ ਹੈ, ਇਸ ਤੋਂ ਇਲਾਵਾ ਮੇਰਾ ਖਿਆਲ ਸਟਾਰਟਅਪ ਲਈ ਵੀ ਬੱਚਿਆਂ ਲਈ ਬਹੁਤ ਸਕੋਪ ਹੈਗਾ ਇੰਜੀਨੀਅਰਿੰਗ ਕਰਨ ਤੋਂ ਬਾਅਦ। ਅਤੇ ਸਰਕਾਰੀ ਜੌਬਸ ਵੀ ਮੇਰਾ ਖਿਆਲ ਹੈ ਬਹੁਤ ਉਪਲਬਧ ਹੁੰਦੀਆਂ ਨੇ। ਹਾਂ, ਸਰਕਾਰੀ ਜੌਬ ਵੀ ਹੁਣ ਦੇਖੋ ਨਾ ਤੁਸੀਂ ਤਕਰੀਬਨ ਜਿਹੜੇ ਓਰੀਜਨਲ ਜਿਹੜੀਆਂ ਜੌਬਸ ਹੈਗੀਆਂ ਉਸ ਪਰਟੀਕੂਲਰ ਡਿਸਿਪਲਿਨ ਦੀਆਂ ਉਹ ਬਹੁਤ ਘੱਟ ਹੈਗੀਆਂ। ਸਿਰਫ ਸਾਰਿਆਂ ਨੂੰ ਜਿਵੇਂ ਇਲੈਕਟ੍ਰੋਨਿਕਸ ਹੋ ਗਿਆ, ਇਲੈਕਟ੍ਰੀਕਲ ਤਾਂ ਖੈਰ ਉਹ ਪਾਵਰ ਜਨਰੇਸ਼ਨ ਵੱਧ ਰਹੀ ਹੈ, ਪਾਵਰ ਪਲਾਂਟ ਲੱਗ ਰਹੇ ਨੇ, ਸੋਲਰ ਦਾ ਹੋ ਰਿਹਾ, ਇਹਦੇ ਵਿੱਚ ਜੌਬਸ ਹੈਗੀਆਂ। ਲੇਕਿਨ ਬਹੁਤ ਸਾਰੇ ਡਿਸਿਪਲਿਨਸ ਦੇ ਵਿੱਚ ਜਿਹੜੀਆਂ ਕੋਰ ਜੌਬਸ ਹੈਗੀਆਂ ਉਹ ਹਾਲਾਂ ਇੰਨੀਆਂ ਉਪਲਬਧ ਨਹੀਂ ਹੈਗੀਆਂ। ਉਹ IT ਕਿਉਂਕਿ ਆਟੋਮੇਸ਼ਨ ਵੱਲ ਚਲੇ ਗਏ ਅਤੇ ਬਹੁਤ ਜ਼ਿਆਦਾ ਸਕੋਪ ਹੈਗਾ ਨੈਸ਼ਨਲੀ ਐਂਡ ਇੰਟਰਨੈਸ਼ਨਲੀ। ਅਤੇ ਤਕਰੀਬਨ ਸਾਰੇ ਹੀ ਬੱਚਿਆਂ ਨੂੰ ਜਿਹੜੀ ਹੈ ਉਹ 90% ਬੱਚਿਆਂ ਨੂੰ ਜੌਬ ਜਿਹੜੀ ਅਦਰ ਡਿਸਿਪਲਿਨ ਨੂੰ ਵੀ ਜਿਹੜੀ ਹੈ ਉਹ IT ਰਿਲੇਟਡ ਹੀ ਜੌਬ ਕੰਪਨੀਆਂ ਦੇ ਵਿੱਚ ਜੌਬ ਮਿਲ ਰਹੀ ਹੈ। ਜੀ ਜੀ। ਅਤੇ ਕੋਰ ਦੇ ਵਿੱਚ ਘੱਟ ਹੈਗੀ ਹੈ ਅਤੇ ਉਮੀਦ ਹੈ ਕਿ ਇਹ ਵੀ ਪਿਕਅਪ ਕਰ ਜੂਗੀ ਜਦੋਂ ਇਹ ਮੈਨੂਫੈਕਚਰਿੰਗ ਦੇ ਜਿਵੇਂ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ ਭਾਰਤ ਸਰਕਾਰ ਨੇ ਇੱਕ ਸਕੀਮ ਚਲਾਈ ਹੈ, ਉਹਦੇ 'ਚ ਮੈਨੂਫੈਕਚਰਿੰਗ ਨੂੰ ਇਨਸੈਂਟਿਵ ਦਿੱਤਾ ਜਾ ਰਿਹਾ ਅਤੇ ਮਾਸ ਪ੍ਰੋਡਕਸ਼ਨ ਲਈ। ਅਤੇ ਉਹਦੇ 'ਚ ਫਿਰ ਜਿਹੜੀ ਕੋਰ ਬ੍ਰਾਂਚਿਸ ਦੇ ਵਿੱਚ ਮਕੈਨੀਕਲ ਜਿਵੇਂ ਇਲੈਕਟ੍ਰੋਨਿਕਸ ਦੀ ਸਾਡੀ ਮੈਨੂਫੈਕਚਰਿੰਗ ਹੈਗੀ ਹੈ, ਇਹਦੇ ਵਿੱਚ ਫਿਰ ਜੌਬਸ ਦਾ ਚੰਗੀਆਂ ਇਹੋ ਜਿਹੇ ਨੇ। ਲੇਕਿਨ ਅਸੀਂ ਨਾਲ ਇਹਦੇ ਜੌਬ ਤਾਂ ਕਰਨ ਨਹੀਂ ਬੱਚੇ ਜਿਹੜੇ ਜੌਬ ਕਰਨਾ ਚਾਹੁੰਦੇ ਆ, ਲੇਕਿਨ ਅਸੀਂ ਇੱਕ ਐਂਟਰਪ੍ਰੇਨਿਓਰਸ਼ਿਪ ਜਿਹੜਾ ਹੈ ਸਟਾਰਟਅਪ ਦੇ ਲਈ ਵੀ ਇਨਕਰੇਜ ਕਰੀਦਾ। ਅਤੇ ਸਾਡੇ ISRO ਦਾ ਵੀ ਇੱਕ ਸੈਂਟਰ ਹੈਗਾ ਇੱਥੇ ਜਿਹੜਾ NIT ਦੇ ਵਿੱਚ ਜੀ, ਅਤੇ ਉਹ ਵੀ ਉਹਨਾਂ ਨੂੰ ਕੋਈ ਛੋਟੇ ਪ੍ਰੋਜੈਕਟ ਦੇ ਕੇ ਕੋਈ ਇਨੋਵੇਸ਼ਨ ਕਰਕੇ ਕੋਈ ਉਹਨਾਂ ਦੀ ਟੈਕਨੋਲੋਜੀ ਟਰਾਂਸਫਰ ਕਰਕੇ ਪ੍ਰੋਡਕਸ਼ਨ ਦਾ ਯੂਨਿਟ ਸ਼ੁਰੂ ਕਰਨਾ ਚਾਹੁੰਦਾ ਹੈ। ਉਹ ISRO ਦੇ ਪਿੱਛੇ ਸਾਇੰਟਿਸਟ ਆਏ ਸੀ
ਤੇ ਉਹ ਉਹਨਾਂ ਨੇ ਸਾਡੇ ਜਿਹੜੇ ਡਾਇਰੈਕਟਰ ਹੈਗੇ ਉਹਨਾਂ ਨੂੰ ਹੀ ਆਥੋਰਾਈਜ਼ ਕੀਤਾ ਹੈ ਕਿ ਵੀ ਉਹ ਕਰੋੜ ਤੋਂ 2 ਕਰੋੜ ਦੇ ਵਿੱਚ ਉਹ ਪ੍ਰੋਜੈਕਟ ਜਿਹੜੇ ਹੈਗੇ ਉਹ ਸਟੂਡੈਂਟਸ ਨੂੰ ਨੀਅਰ ਬਾਈ ਕਾਲਜਸ ਦੇ NIT ਦੇ ਸਟੂਡੈਂਟਸ ਨੂੰ ਉਹ ਦੇ ਸਕਦੇ ਆ ਜਿਹੜੇ ਇਨੋਵੇਟਿਵ ਹੈਗੇ ਆ ਤੇ ਯੂਜ਼ਫੁਲ ਹੈਗੇ ਇਸਰੋ ਨੂੰ। ਜੀ ਜੀ। ਤੇ ਇਹਦੇ 'ਚ ਬੱਚੇ ਇਨੋਵੇਟਿਵ ਥਿੰਕਿੰਗ ਕਰਕੇ ਸਟਾਰਟਅਪ ਵੀ ਸ਼ੁਰੂ ਕਰਦੇ। ਅਸੀਂ ਵੀ ਇੱਥੇ ਉਪਰਾਲਾ ਕਰਦੇ ਨੇ ਕਿ ਵੀ ਉਹਨਾਂ ਨੂੰ ਐਨਕਰੇਜ ਕਰੀਦਾ ਤਾਂ ਕਿ ਇੱਕ ਵੀ ਕੋਈ ਟਾਟਾ ਬਿਰਲਾ ਬਣ ਜਾਏ ਤੇ ਦੇਸ਼ ਦਾ ਭਲਾ ਹੋ ਜਾਵੇ। ਜੀ ਅੱਛਾ, ਮੈਂ ਤੁਹਾਡੇ ਤੋਂ ਜਿਹੜਾ ਆਖਰੀ ਕੁਐਸਚਨ ਪੁੱਛਣਾ ਚਾਹੂੰਗਾ ਕਿ ਥੋੜੇ ਸ਼ਬਦਾਂ ਦੇ ਵਿੱਚ ਤੁਸੀਂ ਦੱਸਿਓ ਪਲੀਜ਼ ਕਿ ਕੁਝ ਬੱਚੇ ਹੁੰਦੇ ਨੇ ਜਿਹੜਿਆਂ ਨੂੰ ਕਿ ਰਿਸਰਚ ਦੇ ਵਿੱਚ ਬਹੁਤ ਇੰਟਰਸਟ ਹੁੰਦਾ ਜਾਂ ਫਿਰ ਉਹ ਟੀਚਿੰਗ ਨੂੰ ਇੰਜੋਏ ਕਰਦੇ ਆ ਕਿ ਇੰਜੀਨੀਅਰਿੰਗ ਦੇ ਵਿੱਚ ਵੀ ਬੱਚੇ ਜਿਹੜਾ ਅੱਗੇ ਜਾ ਕੇ ਟੀਚਰ ਬਣ ਸਕਦੇ ਆ, ਬੱਚਿਆਂ ਨੂੰ ਪੜ੍ਹਾ ਸਕਦੇ ਆ ਜਾਂ ਰਿਸਰਚ ਕਰ ਸਕਦੇ ਆ, ਆਪਣੇ ਦੇਸ਼ ਲਈ ਉਹ ਕੁਝ ਨਵਾਂ ਪੈਦਾ ਕਰਨਾ ਚਾਹੁੰਦੇ ਨੇ, ਕੁਝ ਨਵਾਂ ਬਣਾਉਣਾ ਚਾਹੁੰਦੇ ਨੇ, ਕੁਝ ਨਵਾਂ ਖੋਜਣਾ ਚਾਹੁੰਦੇ ਨੇ। ਨਹੀਂ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇੰਜੀਨੀਅਰਿੰਗ ਦੇ ਵਿੱਚ ਵੀ ਤਾਂ ਟੈਕਨੀਕਲ ਇੰਸਟੀਟਿਊਸ਼ਨ ਹੈਗੇ, ਉਹਦੇ 'ਚ ਵੀ ਟੈਕਨੀਕਲ ਮੈਨ ਪਾਵਰ ਦੀ ਬਹੁਤ ਘਾਟ ਹੈ। ਬਹੁਤ ਸਾਰੀਆਂ ਜਿਹੜੀਆਂ ਵੈਕੈਂਸੀਆਂ ਹੈ ਉਹ ਐਡਵਰਟਾਈਜ਼ ਕੀਤੀਆਂ ਜਾ ਰਹੀਆਂ। ਜਿਹੜੇ ਨੀਅਰ ਬਾਈ NITs ਹੈ ਉਹ ਵੀ ਕਿਸੇ ਨੇ 100 ਫੈਕਲਟੀ ਦੀ ਰਿਕੁਆਇਰਮੈਂਟ ਕੀਤੀ ਹੈ ਕਿਉਂਕਿ ਇਨਟੇਕ ਵੱਧ ਗਈ ਹੈ ਉਹਨਾਂ ਦੀ ਤੇ ਮੋਰ ਸੀਟਸ ਹੈਵ ਬਿਨ ਐਲੋਕੇਟਡ ਔਰ ਸੈਂਕਸ਼ਨ ਟੂ ਦੈਮ ਤੇ ਫੈਕਲਟੀ ਇਹਨਾਂ ਦੀ 10-20-30% ਜਿਹੜੀ ਹੈ ਉਹ ਘਾਟ ਰਹਿੰਦੀ ਹੈ ਕਿਉਂਕਿ ਪਲੇਸਮੈਂਟ ਵੀ ਅੱਛੀਆਂ ਹੋ ਜਾਂਦੀਆਂ ਨੇ ਤੇ ਫਿਰ ਫੈਕਲਟੀ ਜਿਹੜੀ ਹੈ ਉਹ MTech ਕਰਕੇ PhD ਕਰਕੇ PhD ਮਿਨੀਮਮ ਐਂਟਰੀ ਲੈਵਲ ਹੈ ਇਨ NITs ਦੇ ਵਿੱਚ ਟੂ ਮੇਨਟੇਨ ਦਾ ਕੁਆਲਿਟੀ ਸਟੈਂਡਰਡਸ। ਤੇ ਉਹ ਜ਼ਰੂਰ ਉਹਦੇ 'ਚ ਵੀ ਇੰਜੀਨੀਅਰਿੰਗ 'ਚ ਉਹ ਰਿਸਰਚ ਵੀ ਕਰਦੇ ਨੇ, ਉਹ ਪੜ੍ਹਾਉਂਦੇ ਵੀ ਨੇ ਤੇ ਬੈਸਟ ਕੰਬੀਨੇਸ਼ਨ ਹੈ ਕਿ ਵੀ ਉਹ ਰਿਸਰਚ ਵੀ ਕਰਨ ਤੇ ਉਹਨਾਂ ਬੱਚਿਆਂ ਨੂੰ ਰਿਸਰਚ ਲਈ ਮੋਟੀਵੇਟ ਵੀ ਕਰਨਾ ਹੈ ਤੇ ਇਫੈਕਟਿਵ ਟੀਚਿੰਗ ਤਾਂ ਹੀ ਹੋ ਸਕਦੀ ਹੈ ਜੇ ਟੀਚਰ ਰਿਸਰਚ ਕਰੂਗਾ ਤੇ ਉਹਦੇ ਵਿੱਚ ਬੱਚਿਆਂ ਨੂੰ ਮੋਟੀਵੇਟ ਵੀ ਕਰੂਗਾ। ਕੋਈ ਇਨੋਵੇਸ਼ਨ ਕਰ ਦੇਣਗੇ, ਕੋਈ ਇੰਡਸਟਰੀ ਚਲੇ ਜਾਣਗੇ, ਉਹ ਪ੍ਰੋਡਕਟ ਬਣਾ ਦੇਣਗੇ, ਕੋਈ ਟੀਚਿੰਗ 'ਚ ਆ ਜਾਣਗੇ ਤੇ ਗਵਰਨਮੈਂਟ MTech ਲੈਵਲ 'ਤੇ ਵੀ ਸਕਾਲਰਸ਼ਿਪ ਦਿੰਦੀ ਹੈ ਤਾਂ ਕਿ ਬੱਚਿਆਂ ਨੂੰ ਪਰ ਮੰਥ ਜਿਹੜਾ ਵੀ ਗੇਟ ਕੁਆਲੀਫਾਈਡ ਹੁੰਦੇ ਨੇ ਤਾਂ ਕਿ ਉਹ ਗਵਰਨਮੈਂਟ ਵੱਲੋਂ ਸਪੋਰਟ ਹੈ, ਫਾਈਨੈਂਸ਼ੀਅਲ ਅਸਿਸਟੈਂਸ ਹੈ। PhD ਦੇ ਵਿੱਚ ਵੀ ਉਹ 30-35 ਹਜ਼ਾਰ ਦੇ ਕਰੀਬ ਸਕਾਲਰਸ਼ਿਪ ਦੇ ਕੇ 5 ਸਾਲਾਂ ਤੱਕ ਸਕਾਲਰਸ਼ਿਪ ਦਿੰਦੀ ਹੈ ਤਾਂ ਕਿ ਐਨਕਰੇਜ ਕੀਤਾ ਜਾਵੇ ਬੱਚਿਆਂ ਨੂੰ ਕੁਆਲਿਟੀ ਐਜੂਕੇਸ਼ਨ ਲੈਣ ਲਈ ਤੇ ਇੱਕ ਰਿਸਰਚ ਐਂਡ ਇਨੋਵੇਸ਼ਨ ਕਰਨ ਲਈ। ਜੀ ਡਾਕਟਰ ਅੰਮ੍ਰਿਤ ਲਾਲ ਸੰਗਲ ਜੀ, ਤੁਸੀਂ ਬਹੁਤ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਕਿ ਇੰਜੀਨੀਅਰਿੰਗ ਕਾਲਜ ਦੇ ਵਿੱਚ ਐਡਮਿਸ਼ਨ ਕਿਸ ਤਰ੍ਹਾਂ ਲਈ ਜਾਵੇ ਤੇ ਇਸ ਖੇਤਰ ਦੇ ਵਿੱਚ ਅੱਗੇ ਵਧਣ ਲਈ ਕੀ ਜਿਹੜਾ ਕੀਤਾ ਜਾਣਾ ਚਾਹੀਦਾ। ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।